अथा अगणत अतुलै यो बलव क्यों नानक दास बोलै। काम क्रोध लोभ झूठ निंदा हिंत आप छडावो। ते भीतर ते इनको डारो अपन निकट बुलावो। अपनी बेद आप जनावो। सतगुਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਸਰਬੱਤ ਮਾਈ ਭਾਈ ਵਡਭਾਗੇ ਹੋ ਕਿ ਜੋ ਇਸ ਸਮੇਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਜੀ ਕਹਿੰਦੇ ਹਨ ਉਸ ਸਮੇਂ ਤੋਂ ਬਲਿਹਾਰ ਜਾਈਏ ਜਿਸ ਸਮੇਂ 'ਤੇ ਆਪਣੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਹੋਣ, ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਕਰਮ ਪ੍ਰਾਪਤ ਹੋ ਜਾਵੇ। ਸੋ ਇਸ ਕਰਕੇ ਅੱਜ ਆਪ ਸੰਗਤਾਂ ਜਾਣਦੀਆਂ ਹੋ ਕੇ ਚੱਲ ਰਹੀ ਸਮੇਂ ਦੀ ਰਵਾਇਤ ਅਨੁਸਾਰ ਜੋ ਅੱਸੂ ਦੀ ਸੰਗਰਾਂਦ ਦਾ ਪ੍ਰਵੇਸ਼ ਹੋਇਆ, ਸਤਿਗੁਰੂ ਰਹਿਮਤ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਤੇ ਇਹ ਮਹੀਨਾ ਤੇ ਆਉਣ ਵਾਲੇ ਸਮਿਆਂ ਵਿੱਚ ਸਭ ਜੀਵ ਜੰਤੂ, ਫਸਲਵਾੜੀ, ਮਾਲ ਮਨੁੱਖੀ, ਨਗਰ ਖੇੜੇ ਤੇ ਪੰਥ ਖਾਲਸੇ ਤੇ ਸਮੂਹ ਸੰਗਤਾਂ ਤੇ ਸਤਿਗੁਰੂ ਜੀ ਰਹਿਮਤ ਬਖਸ਼ਣ, ਲਾਹੇਵੰਦ ਕਰਨ। ਸੋ ਗੁਰੂ ਪਿਆਰੀ ਸਾਧ ਸੰਗਤ ਆਪ ਜੀ ਦੇ ਹੁਕਮ ਅਨੁਸਾਰ ਆਓ ਕੁਝ ਸਮੇਂ ਵਾਸਤੇ ਦਾਸ ਸਨਮਾਣੇ ਨਿਤਾਣੇ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਗੁਰਬਾਣੀ ਦੇ ਨਾਲ ਕੁਝ ਸਾਂਝ ਬਣ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਗੁਰੂ ਪਿਆਰੇ ਸਾਧ ਸੰਗਤ, ਜੋ ਅੱਜ ਦਾ ਮਹੀਨਾ ਜਿਹੜਾ ਹੈ, ਅੱਸੂ ਦਾ ਮਹੀਨਾ ਜਿਹੜਾ ਬੁੱਧਵਾਰ ਪ੍ਰਵੇਸ਼ ਹੋਇਆ ਹੈ, ਅਤੇ ਸ੍ਰੀ ਕਰਤਾਰਪੁਰ ਦੀ ਧਰਤੀ ਜਿੱਥੇ ਸਤਿਗੁਰਾਂ ਨੇ ਆਪਣੀ ਸੰਸਾਰਕ ਯਾਤਰਾ ਦੇ ਜੋ ਅਵਸਥਾ ਦੇ ਪਿਛਲਾ ਜਿਹੜਾ ਸਮਾਂ ਹੈ ਦਿਨ ਉੱਥੇ ਸਫਲੇ ਕੀਤੇ ਹਨ ਅਤੇ ਸੰਗਤਾਂ ਨੂੰ ਤਾਰਨਾ ਕੀਤਾ ਹੈ। ਗੁਰੂ ਪਿਆਰੇ ਸਾਧ ਸੰਗਤ ਪ੍ਰੇਮੀਆਂ ਦੇ ਬੇਨਤੀ ਕਰਨ 'ਤੇ ਉੱਥੇ ਜੋ ਸ੍ਰੀ 12 ਮਾਹਾਂ ਦੇ ਰਚਨਾ ਕੀਤੀ ਹੈ ਤਖਾਰੀ ਰਾਗ ਦੇ ਵਿੱਚ। ਸੋ ਇਸ ਮਹੀਨੇ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਓ ਪਿਆਸਾ ਧਨ ਚੂਰ ਮੋਏ, ਸਤਿਗੁਰਾਂ ਮਿਲੇ ਪ੍ਰਭ ਮਿਲੈ ਦੂਜੇ ਪਾਏ ਕੋਈ। ਗੁਰੂ ਕੀ ਸਨਮਾਨਯੋਗ ਸਾਧ ਸੰਗਤ, ਸਤਿਗੁਰਾਂ ਨੇ ਇਸ ਮਹੀਨੇ ਦੇ ਬਾਰੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਉਹਦੇ ਮਿਲਾਪ ਵਾਸਤੇ, ਦਰਸ਼ਨਾਂ ਵਾਸਤੇ ਮੁੱਖ ਰੱਖ ਕੇ ਆਪਣੀ ਮੰਗ ਨੂੰ ਅਤੇ ਅਰਦਾਸ ਬੇਨਤੀ ਕਰਕੇ ਸਾਨੂੰ ਇਜਾਜ਼ਤ ਦੱਸੀ ਹੈ ਕਿ ਇਹ ਪਰਮੇਸ਼ਰ ਦੇ ਪਿਆਰਿਓ, ਗੁਰੂ ਕੇ ਕਹਾਉਣ ਵਾਲਿਓ, ਉਸ ਵਾਹਿਗੁਰੂ ਦੇ ਅੱਗੇ ਇਸ ਪ੍ਰਕਾਰ ਬੇਨਤੀ ਕਰਨੀ ਚਾਹੀਦੀ ਹੈ। ਹੇ ਵਾਹਿਗੁਰੂ, ਜਿਵੇਂ ਆਪ ਜੀ ਨੇ ਰਹਿਮਤ ਬਖਸ਼ੀ ਹੈ, ਪਿਛਲੇ ਸਮਿਆਂ ਦੇ ਵਿੱਚ ਵੀ ਆਪ ਜੀ ਨੇ ਸੋਝੀ ਬਖਸ਼ੀ ਹੈ, ਉਹ ਸਮਾਂ ਜਿਹੜਾ ਕਿਵੇਂ ਸਫਲ ਹੋਣਾ ਹੈ, ਇਸ ਪ੍ਰਕਾਰ ਇਹ ਜਿਹੜਾ ਮਹੀਨਾ ਆਰੰਭ ਹੋ ਰਿਹਾ ਹੈ ਇਹਦੇ ਵਿੱਚ ਜੀਵ ਦੀ ਬੇਨਤੀ ਹੈ। ਅਸੁਨ ਆਓ ਪਿਰਾ ਸਾ ਤਨ ਝੂਰ ਮੋਈ, ਜਿਸ ਦਾ ਅਰਥ ਜਿਹੜਾ ਹੈ 12ਵਾਂ ਮਾਝ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਕਰਨਾ ਕੀਤਾ ਹੈ। ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਸੋ ਸਤਿਗੁਰਾਂ ਨੇ ਇੱਥੇ ਵੀ ਉਹੀ ਜਿਹੜਾ ਬਚਨ ਮੂਲ ਦੱਸਿਆ, ਉਹਦਾ ਅਰਥ ਪੰਜਵੇਂ ਪਾਤਸ਼ਾਹ ਜੋ ਕੀਤਾ ਹੈ। ਅਤੇ ਜੀਵ ਦੀ ਬੇਨਤੀ ਹੈ ਉਸ ਅਕਾਲ ਪੁਰਖ ਪਰਮੇਸ਼ਰ ਅੱਗੇ, ਹੇ ਵਾਹਿਗੁਰੂ, ਇਹ ਜਿਹੜਾ ਅੱਸੂ ਦਾ ਮਹੀਨਾ ਹੈ ਇਹਦੇ ਵਿੱਚ ਮਨ ਵਿੱਚ ਆਸ ਲੱਗੀ ਹੈ। ਇਹ ਅੱਸੂ ਤੋਂ ਭਾਵ ਸਫਲ ਤਾਂ ਹੀ ਹੋ ਸਕਦਾ ਹੈ ਕਿ ਜੇ ਅੰਦਰ ਸਾਡੇ ਤੇਰੇ ਮਿਲਣ ਦਾ, ਤੇਰੇ ਦਰਸ਼ਨ ਦਾ ਪ੍ਰੇਮ ਪੈਦਾ ਹੋ ਜਾਵੇ। ਅੰਦਰੋਂ ਸੱਚਾ ਪ੍ਰੇਮ ਜਿਹੜਾ ਹੋਵੇ, ਉਹ ਐਸੇ ਪ੍ਰੇਮ ਦੀ ਤਾਂਘ ਹੁੰਦੀ ਹੈ ਕਿ ਜਿੰਨਾ ਚਿਰ ਪਰਮੇਸ਼ਰ ਨਹੀਂ ਮਿਲਦਾ, ਜਿਵੇਂ ਸਤਿਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਹਉ ਰਹਿ ਨਾ ਸਕਾਂ ਬਿਨ ਪ੍ਰੀਤਮਾ ਜੀਓ, ਇਸ ਪ੍ਰਕਾਰ ਮੈਂ ਨੀਰ ਵਹਿ ਵਹਿ ਚੱਲੇ ਜੀਓ।
ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਇੱਕ ਖਪਾਲ ਇੱਕ ਖਿਨ ਹੀ ਨਹੀਂ ਰਹਿ ਸਕਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਤੇਰੇ ਮਿਲਣ ਤੋਂ ਬਿਨਾਂ ਚਾਰ ਪੈਰ ਚੌ ਜੁਗਾਂ ਸਮਾਨੇ, ਰਹਿਣ ਭਈ ਤਾਂ ਅੰਤ ਨਾ ਜਾਣੇ। ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਨੂੰ ਇੱਕ ਦਿਨ ਕਿਤੇ ਲੰਘ ਜਾਵੇ, ਇੱਕ ਘੜੀ ਲੰਘ ਜਾਵੇ, ਤੇ ਉਹ ਕਹਿੰਦੇ ਚਾਰ ਯੁੱਗਾਂ ਦਾ ਜਿਹੜਾ ਸਮਾਂ ਸਾਡੇ ਵਾਸਤੇ ਇੰਨਾ ਲੱਗਦਾ ਹੈ ਵਿਛੋੜੇ ਦਾ, ਬੜੀ ਮੁਸ਼ਕਿਲ ਹੋ ਜਾਂਦੀ ਹੈ। ਅਤੇ ਰਾਤ ਦਾ ਕੋਈ ਅੰਤ ਹੀ ਨਹੀਂ ਤੇਰੇ ਮਿਲਣ ਤੋਂ ਬਿਨਾਂ, ਕਿੰਨੀ ਕੁ ਮੁਸ਼ਕਿਲ ਹੁੰਦੀ ਹੈ। ਇਸ ਕਰਕੇ ਅਸਨ ਆਓ ਪਿਰਾ ਸਾਤ ਅਨ ਝੂਰ ਮੋਈ, ਹੈ ਪਰਮੇਸ਼ਰ ਹੈ ਪਤੀ ਪਰਮੇਸ਼ਰ ਅਕਾਲ ਪੁਰਖ ਜੀਓ, ਆਣ ਕੇ ਮੈਨੂੰ ਦਰਸ਼ਨ ਦੇਣਾ ਕਰੋ, ਮੈਨੂੰ ਮਿਲਣਾ ਕਰੋ। ਇਹ ਸਾਤ ਅਨ ਕਹਿੰਦੇ ਇਸਤਰੀ ਨੂੰ। ਇੱਕ ਹੋਰ ਭਾਸ਼ਾ ਦੇ ਵਿੱਚ ਸਾਧਨ ਕਿਹਾ ਜਾਂਦਾ ਕਿਸੇ ਤਰੀਕੇ ਕਿਸੇ ਜੰਤਰ ਨੂੰ, ਜਿਵੇਂ ਕੋਈ ਮਸ਼ੀਨਰੀ ਦਾ ਸਾਧਨ ਹੈ, ਕੋਈ ਹੋਰ ਸਾਧਨ ਹੈ, ਪਰ ਇਹ ਸਾਤ ਧਨ ਕਰਕੇ ਇੱਥੇ ਇਹਦਾ ਉਚਾਰਨ ਦੱਸਿਆ। ਸਾਤ ਧਨ ਕਹਿੰਦੇ ਇਸਤਰੀ, ਉਹ ਇਸਤਰੀ ਜਿਹੜੀ ਬੇਨਤੀ ਕਰ ਰਹੀ ਹੈ, ਸਾਤ ਤੋਂ ਭਾਵ ਉਹ ਜਾਂ ਇਹ ਇਸਤਰੀ ਬੇਨਤੀ ਕਰਦੀ ਹੋਏ ਵਾਹਿਗੁਰੂ ਜੀਵ ਜਿਹੜਾ ਹੈ, ਕਿਉਂਕਿ ਸਾਰਿਆਂ ਦਾ ਮਾਲਕ ਇੱਕ ਹੀ ਹੈ, ਸਭ ਉਸਦੀਆਂ ਇਸਤਰੀਆਂ ਹਨ। ਤਾਂ ਹੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤੇ ਸ਼ਬਦ ਜਿਹੜੇ ਇਸਤਰੀ ਰੂਪ ਦੇ ਵਿੱਚ ਇਹ ਜਿਹੜੇ ਉਚਾਰਨ ਕਰਕੇ ਦੱਸਣਾ ਕੀਤੇ ਹਨ ਕਿ ਪਰਮੇਸ਼ਰ ਤੇਰੇ ਤੋਂ ਬਿਨਾਂ ਇਹ ਜੀਵ ਇਸਤਰੀ ਜਿਹੜੀ ਹੈ, ਸਾਡੀ ਰੂਹ ਜਿਹੜੀ ਹੈ ਝੁਰ ਝੁਰ ਕੇ ਮਰਦੀ ਜਾਂਦੀ ਹੈ। ਕੋਈ ਆਵੇ ਤੇਰੇ ਦਰਸ਼ਨਾਂ ਦੀ ਕਿਰਪਾਲਤਾ ਕਰ ਦੇਵੇ, ਕਿਉਂਕਿ ਅਸਨ ਪ੍ਰੇਮ ਉਮਾੜਾ ਕਿਉਂ ਮਿਲੀਏ ਹਰ ਜਾਏ। ਤੇ ਸਤਿਗੁਰੂ ਜੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸਾਨੂੰ ਬਹੁਤ ਪ੍ਰੇਮ ਲੱਗਾ, ਕੋਈ ਸਾਨੂੰ ਮਿਲਾ ਦੇਵੇ। ਗੁਰੂ ਕੀ ਸਾਧ ਸੰਗਤ ਗੁਰਬਾਣੀ ਦੇ ਜੋ ਪ੍ਰੇਮੀ ਹੋਏ ਹਨ ਮਹਾਂਪੁਰਖ, ਜਿਨ੍ਹਾਂ ਨੇ ਬੜਾ ਸਮਾਂ ਪ੍ਰਚਾਰ ਕੀਤਾ ਹੈ। ਦਮਦਮੀ ਟਕਸਾਲ ਦੇ ਜੋ ਪਹਿਲਾਂ ਸੰਤ ਗੁਰਬਚਨ ਸਿੰਘ ਖਾਲਸਾ ਜੀ ਮਹਾਂਪੁਰਸ਼ਾਂ ਤੋਂ ਪਹਿਲਾਂ ਸੰਤ ਸੁੰਦਰ ਸਿੰਘ ਜੀ ਹੋਏ ਹਨ, ਜਿਨ੍ਹਾਂ ਦਾ ਪਿੰਡ ਭਿੰਡਰ ਕਲਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ। ਸੋ ਕਹਿਣ ਦਾ ਭਾਵ ਉਹਨਾਂ ਦੇ ਨਾਂ 'ਤੇ ਭਿੰਡਰਾਂ ਵਾਲੀ ਟਕਸਾਲ ਮਸ਼ਹੂਰ ਹੋਈ ਹੈ। ਇਸ ਟਕਸਾਲ ਦੇ ਬਾਰੇ ਆਮ ਸੰਗਤਾਂ ਜਾਣਦੀਆਂ ਹਨ ਕਿ ਬਾਬਾ ਦੀਪ ਸਿੰਘ ਜੀ ਜੋ ਦਮਦਮੇ ਸਾਹਿਬ ਸਤਿਗੁਰਾਂ ਦੀ ਆਗਿਆ ਦੇ ਨਾਲ ਸੇਵਾ ਕਰ ਰਹੇ ਸਨ ਪੰਥ ਦੀ, ਗੁਰੂ ਦੀ, ਉਦੋਂ ਦਮਦਮੀ ਟਕਸਾਲ ਇਸ ਦਾ ਨਾਮ ਮਸ਼ਹੂਰ ਸੀ। ਉਹਨਾਂ ਮਹਾਂਪੁਰਸ਼ਾਂ ਦੀ ਕਮਾਈ ਦਾ ਕਰਕੇ, ਉਹਨਾਂ ਪ੍ਰਚਾਰ ਕਰਨਾ ਕਰਕੇ, ਅਤੇ ਇਹ ਭਿੰਡਰਾਂ ਵਾਲੀ ਟਕਸਾਲ ਉਹਨਾਂ ਸੰਤਾਂ ਦੇ ਨਾਂ 'ਤੇ ਮਸ਼ਹੂਰ ਹੋਈ। ਸੰਤ ਸੁੰਦਰ ਸਿੰਘ ਜੀ ਮਹਾਂਪੁਰਖ ਜਿਹੜੇ ਬਹੁਤ ਵੱਡੀ ਕਮਾਈ ਵਾਲੇ ਹੋਏ ਹਨ। ਗੁਰੂ ਕੀ ਸਾਧ ਸੰਗਤ ਇੱਕ ਵਾਰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਹਿੰਦੇ ਹੋ ਪਰਮੇਸ਼ਰ ਜਿਹੜਾ ਹਰ ਥਾਂ 'ਤੇ ਵੱਸਦਾ ਹੈ, ਅਤੇ ਸਾਨੂੰ ਕਲਯੁਗੀ ਜੀਵਾਂ ਨੂੰ ਕੋਈ ਸਮਝ ਨਹੀਂ ਲੱਗਦੀ, ਕਿਰਪਾ ਕਰੋ ਇਹਦੇ ਬਾਰੇ ਸਾਨੂੰ ਕੋਈ ਸਮਝਾਉਣਾ ਕਰੋ। ਗੁਰੂ ਕੀ ਸਾਧ ਸੰਗਤ ਇਤਿਹਾਸ ਗਵਾਹੀ ਦਿੰਦਾ, ਉਹਦੇ ਵਿੱਚ ਲਿਖੇ ਹਨ ਬਚਨ ਕਿ ਮਹਾਂਪੁਰਸ਼ਾਂ ਨੇ ਕਿਹਾ ਭਾਈ ਇੱਕ ਵਾਰ ਤੁਹਾਨੂੰ ਇਹ ਬਚਨ ਜਿਹੜਾ ਤੁਸੀਂ ਕਿਹਾ ਹੈ ਉਹ ਵਿਖਾ ਦਿੰਦੇ ਹਨ ਨਜ਼ਾਰਾ, ਪਰ ਉਸ ਤੋਂ ਬਾਅਦ ਆਪ ਕਮਾਈ ਕਰੋ ਅਤੇ ਸਦਾ ਹੀ ਵੇਖੋਗੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਉਹਨਾਂ ਨੇ ਆਪਣੀ ਜਿਹੜੇ ਉਹਨਾਂ ਦਾ ਜਿੱਥੇ ਸਥਾਨ ਸੀ, ਕੁਟੀਆ ਸੀ, ਅਤੇ ਸਮੂਹ ਸੰਗਤਾਂ ਨੂੰ ਉੱਥੇ ਕਿਹਾ ਕਿ ਕੰਧ ਦੇ ਨਾਲ ਆਪਣੇ ਕੰਨ ਲਾ ਕੇ ਸੁਣੋ। ਜਿਨ੍ਹਾਂ ਵੀ ਉਸ ਕੰਧ ਦੇ ਨਾਲ ਆਪਣੇ ਕੰਨ ਲਾ ਕੇ ਉਹ ਸੁਣਨਾ ਕੀਤਾ, ਵਿੱਚੋਂ ਵਾਹਿਗੁਰੂ 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 ਦੇ ਸਿਮਰਨ ਦੀ ਆਵਾਜ਼ ਆਉਂਦੀ, ਸੰਗਤਾਂ ਨੇ ਸੁਣਨਾ ਕੀਤੀ ਅਤੇ ਸੰਗਤਾਂ ਧੰਨ ਧੰਨ ਕਰਕੇ ਹੈਰਾਨ ਹੋ ਗਈਆਂ। ਮਹਾਂਪੁਰਖੋ ਧੰਨ ਹੋ। ਉਹਨਾਂ ਕਿਹਾ ਭਾਈ ਗੁਰੂ ਕੀ ਬਾਣੀ ਕਹਿੰਦੀ ਪਾਉਣ ਪਾਣੀ ਬੈ ਸੰਤਰੋ, ਮੇਰੀ ਜ਼ਿੰਦੜੀਏ ਹਰ ਨਾਮ ਧਿਆਵੇ ਰਾਮ। ਇਸ ਪ੍ਰਕਾਰ ਜਿਵੇਂ ਗਾਵਣ ਤੁਧਨੋ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਸਾਰੇ ਉਹਦੀ ਮਹਿਮਾ ਨੂੰ ਗਾਉਂਦੇ ਹਨ। ਭਾਈ ਜਦੋਂ ਆਪਣੀ ਕਮਾਈ ਕਰੀਏ ਗੁਰੂ ਕੀ ਆਗਿਆ ਨੂੰ ਮੰਨ ਕੇ ਮਰਜ਼ਾਦਾ ਅਨੁਸਾਰ, ਫਿਰ ਪਤਾ ਲੱਗਦਾ ਹੈ ਕਿ ਇੱਕ ਪੱਤੇ ਪੱਤੇ ਵਿੱਚੋਂ ਹੀ ਪਰਮੇਸ਼ਰ ਦੀ ਆਵਾਜ਼ ਆ ਰਹੀ ਹੈ। ਇੱਕ ਕਣ ਕਣ ਦੇ ਵਿੱਚ ਵੀ ਉਹਦਾ ਵਾਸਾ ਹੈ। ਕੋਈ ਐਸੀ ਜਗ੍ਹਾ, ਕੋਈ ਐਸੀ 84 ਲੱਖ ਜੂਨ ਤੋਂ ਬਿਨਾਂ ਜੀਵ, ਕੋਈ ਐਸੀ ਰੂਹ ਨਹੀਂ ਜਿੱਥੇ ਪਰਮੇਸ਼ਰ ਨਹੀਂ ਵਸਦਾ। ਸਤਿਗੁਰਾਂ ਇੱਥੋਂ ਤੱਕ ਕਹਿ ਦਿੱਤਾ ਹੈ, ਜੋ ਬੋਲਤਾ ਹੈ ਮਿਰਕ ਮੀਨ ਪੰਖੇਰੂ, ਸੋ ਬਿਨ ਹਰ ਜਾਵਤ ਹੈ ਨਹੀਂ ਹੋਰ। ਉਹ ਸਾਰੇ ਪਰਮੇਸ਼ਰ ਨੂੰ ਯਾਦ ਕਰਦੇ ਹਨ, ਪਰ ਐਸਾ ਕੋਈ ਕਮਾਈ ਵਾਲਾ ਮਹਾਂਪੁਰਖ ਸਤਿਗੁਰੂ ਉਹਨਾਂ ਦੇ ਨਾਲ ਸੰਗਤ ਕਰਾ ਕੇ ਇਹ ਆਪਣੇ ਨਾਲ ਜੋੜ ਲੈਣ ਤਾਂ ਇਹ ਕਿਰਪਾ ਹੁੰਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹ ਜਿਹੜਾ ਸੁੱਖ ਹੈ, ਚੱਕਰਵਰਤੀ ਰਾਜਾ ਜਿਹੜਾ ਸਾਰੀ ਦੁਨੀਆ ਦਾ ਰਾਜਾ ਵੀ ਇੱਕ ਰਾਜ ਦਾ ਰਾਜਾ ਨਹੀਂ, ਕਿਉਂਕਿ ਕੋਈ ਨਾ ਥੋੜ੍ਹਾ ਬਹੁਤਾ ਇਲਾਕੇ ਦੀ ਜ਼ਿੰਮੇਵਾਰੀ ਮਿਲ ਜਾਵੇ ਉਹ ਕਹਿੰਦਾ ਮੈਂ ਬੜਾ ਵੱਡਾ ਹਾਂ, ਪਰ ਜਿਹੜਾ ਚੱਕਰਵਰਤੀ ਰਾਜਾ ਹੁੰਦਾ ਜਿਹਨੂੰ ਸਾਰੀ ਦੁਨੀਆ ਦਾ ਰਾਜ ਮਿਲ ਜਾਵੇ, ਕਹਿੰਦੇ ਉਹ ਚੱਕਰਵਰਤੀ ਰਾਜ ਨੂੰ ਉਹ ਸੁੱਖ ਨਹੀਂ ਜਿਹੜਾ ਇੱਕ ਮਾਨਵ ਗੰਧਰਵ ਨੂੰ ਉਹ ਸੁੱਖ ਮਿਲਦਾ ਹੈ
ਉਸ ਰਾਜੇ ਨਾਲੋਂ 100 ਗੁਣਾ ਵੱਧ ਉਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਇੱਕ ਆਮ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਦਾ ਜਸ ਗਾਉਣ ਲੱਗ ਪਵੇ, ਗੰਧਰਵ ਤੋਂ ਭਾਵ ਹੁੰਦਾ ਗਵਈਆ, ਗਾਉਣ ਵਾਲਾ। ਅਤੇ ਜਿਹੜਾ ਦੇਵ ਗੰਧਰਵ ਹੈ, ਦੇਵਤੀਆਂ ਦੀਆਂ ਪੁਰੀਆਂ ਵਿੱਚ ਜਿਹੜਾ ਰਾਗ ਗਾਉਂਦਾ ਹੈ, ਅਤੇ ਉਹ ਗੰਧਰਵ ਕਿੰਨਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਕਿੰਨਰ ਉਹ ਹੁੰਦੇ ਹਨ ਜਿਹੜੇ ਨਿਰਤਕਾਰੀ ਕਰਦੇ ਹਨ, ਅਤੇ ਗੰਧਰਵ ਉਹ ਹਨ ਜਿਹੜੇ ਰਾਗ ਗਾਉਣ ਵਾਲੇ ਹਨ। ਉਹ ਕਹਿੰਦੇ ਉਹਨਾਂ ਦੇ ਨਾਲੋਂ ਮਾਨਵ ਗੰਧਰਵ ਨਾਲੋਂ 100 ਗੁਣਾ ਉਹਨੂੰ ਵੱਧ ਸੁੱਖ ਹੈ। ਇਸੇ ਤਰ੍ਹਾਂ ਇਸ ਤੋਂ ਅੱਗੇ ਪਿਤਰ ਦੇਵ ਜਿਹੜੇ ਹਨ 100 ਗੁਣਾ ਇਹਨਾਂ ਨਾਲ ਉਹਨੂੰ ਵੱਧ ਸੁੱਖ ਹੈ। ਸਤਿਗੁਰੂ ਜੀ ਕਹਿੰਦੇ ਬੇਅੰਤ ਤੋਂ ਬੇਅੰਤ ਅੱਗੇ ਤਾਕਤ ਹੈ, ਇਹਦਾ ਸੁੱਖ ਹੈ, ਪਰ ਸਭ ਤੋਂ ਸੁੱਖ ਵੱਡਾ ਹੈ ਜਿਹੜਾ ਪ੍ਰੇਮਾ ਭਗਤੀ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਹਦੇ ਨਾਲ ਦਾ ਬਰਾਬਰ ਦਾ ਕੋਈ ਸੁੱਖ ਹੋਰ ਨਹੀਂ। ਪੁੰਨ ਦਾਨ ਅਨੇਕ ਕਰਨੀ, ਨਾਮ ਤੁਲਨਾ ਸਮਸਰੇ। ਇਸ ਕਰਕੇ ਪ੍ਰਭੂ ਦਾ ਨਾਮ ਜਿਹੜਾ ਸਭ ਤੋਂ ਉੱਚਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਪ੍ਰਕਾਰ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ ਅਤੇ ਮਹਾਰਾਜ ਕਿਰਪਾ ਕਰੋ ਕੋਈ ਆਣ ਮਿਲਾਏ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ। ਉਹਦੇ ਅੱਗੇ ਆਪਣਾ ਆਪ ਤਨ ਮਨ ਧਨ ਸਭ ਰੱਖ ਦੇਈਏ ਅਤੇ ਉਹਦੇ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਕਰੀਏ ਜਿਵੇਂ ਗੁਰੂ ਨੇ ਦੱਸਣਾ ਕੀਤਾ ਹੈ। ਪ੍ਰਭੂ ਲੀਲਾ ਦੂਜੇ ਭਾਏ ਖੁਏ। ਵਾਹਿਗੁਰੂ ਦੇ ਅੱਗੇ ਬੇਨਤੀ ਕਰਕੇ ਇਸ ਪ੍ਰਕਾਰ ਸਾਨੂੰ ਇਜਾਜ਼ਤ ਦੱਸਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ। ਕਹਿੰਦੇ ਹੇ ਵਾਹਿਗੁਰੂ ਜੇ ਤੂੰ ਕਹੇ ਭਾਈ ਆਓ ਮਿਲੋ, ਮੈਂ ਸਾਰਿਆਂ ਨੂੰ ਮਿਲ ਸਕਦਾ ਹਾਂ ਜਿਹੜਾ ਪ੍ਰੇਮ ਕਰੇ। ਅਤੇ ਸਤਿਗੁਰੂ ਜੀ ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ, ਜੇ ਤੂੰ ਕਿਰਪਾ ਕਰੇ ਤਾਂ ਮਿਲਾਪ ਹੋ ਸਕਦਾ, ਸਾਡੇ ਵੱਸ ਦੀ ਗੱਲ ਨਹੀਂ, ਕਿਉਂਕਿ ਆਪ ਨੂੰ ਅਗਮ ਅਗੋਚਰ ਕਿਹਾ ਜਾਂਦਾ ਹੈ। ਅਗਮ ਕਹਿੰਦੇ ਜਿੱਥੇ ਕਿਸੇ ਦੀ ਗਮਤਾ ਨਹੀਂ, ਪਹੁੰਚ ਨਹੀਂ ਹੈ, ਜਿਹਦੀ ਕੋਈ ਗਿਣਤੀ ਮਿਣਤੀ ਦਾ ਕੋਈ ਲੇਖਾ ਨਹੀਂ ਕਰ ਸਕਦਾ ਕਿੰਨੀ ਦੂਰ ਹੈ ਜਾਂ ਕਿੰਨੇ ਨੇੜੇ ਹੈ। ਪਰਮੇਸ਼ਰ ਵਿੱਚ ਦੋਵੇਂ ਸ਼ਕਤੀਆਂ ਹਨ, ਨੇੜੇ ਤੋਂ ਨੇੜੇ ਵੀ ਹੈ ਅਤੇ ਦੂਰ ਤੋਂ ਦੂਰ ਵੀ ਹੈ। ਕਿਵੇਂ? ਜਿਵੇਂ ਸਤਿਗੁਰਾਂ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਜਿਹੋ ਜਿਹਾ ਕਰਮ ਕਰੇਗਾ ਜੀ ਉਹੋ ਜੀ ਉਹਨੂੰ ਨੇੜਤਾ ਦੂਰ ਪ੍ਰਾਪਤ ਹੋ ਜਾਵੇਗੀ ਦੂਰੀ। ਇਸ ਪ੍ਰਕਾਰ ਕਹਿੰਦੇ ਭਾਈ ਮਹਾਰਾਜ ਪਰਮੇਸ਼ਰ ਜੀਓ ਇਹ ਜੀਵ ਇਸਤਰੀ ਜਿਹੜੀ ਦੂਜੇ ਭਾਵ ਦੇ ਵਿੱਚ ਖਰਾਬ ਹੋ ਚੁੱਕੀ ਹੈ, ਕਿਉਂਕਿ ਜਿਹੜਾ ਰਸਤਾ ਗੁਰੂ ਨੇ ਦੱਸਿਆ ਹੈ ਉਸ ਰਸਤੇ ਨੂੰ, ਉਸ ਮਰਜ਼ਾਦਾ ਨੂੰ ਛੱਡ ਕੇ ਫਿਰ ਹੋਰ ਕਿਸੇ ਦੇ ਮਗਰ ਲੱਗ ਕੇ ਦੂਜੇ ਰਸਤੇ ਤੁਰ ਪੈਂਦੀ ਹੈ। ਅਤੇ ਆਪਣੇ ਟਿਕਾਣੇ 'ਤੇ ਕਿਵੇਂ ਪਹੁੰਚੇ, ਕਿਵੇਂ ਤੇਰੇ ਘਰਦਾਰ ਦੇ ਨਾਲ ਇਹ ਜਾ ਕੇ ਸੁਖ ਪ੍ਰਾਪਤ ਕਰ ਸਕੇ। ਇਸ ਕਰਕੇ ਜਿਹੜਾ ਗੁਰੂ ਹੈ ਇਹਨੂੰ ਪਰਮੇਸ਼ਰ ਦਾ ਦਰ ਵੀ ਕਿਹਾ ਹੈ, ਦਰਵਾਜ਼ਾ ਵੀ ਕਿਹਾ ਹੈ ਕਿ ਜਿਵੇਂ ਦਰਵਾਜ਼ੇ ਥਾਣੀ ਲੰਘ ਕੇ ਘਰ ਜਾ ਸਕੀਦਾ ਹੈ ਕਿਸੇ ਦੇ, ਇਸੇ ਤਰ੍ਹਾਂ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਘਰ ਪਹੁੰਚਣਾ ਹੁੰਦਾ ਹੈ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਇਸ ਕਰਕੇ ਗੁਰੂ ਦੇ ਨਾਲ ਜੁੜ ਕੇ ਇਹ ਤੇਰੀ ਪ੍ਰਾਪਤੀ ਹੁੰਦੀ ਹੈ। ਕੋਈ ਐਸਾ ਵਿਚੋਲਾ ਗੁਰੂ ਮਿਲ ਜਾਵੇ, ਧੰਨ ਗੁਰੂ ਨਾਨਕ ਵਰਗਾ ਦੁਨੀਆ 'ਤੇ ਨਾ ਕੋਈ ਹੋਇਆ ਅਤੇ ਨਾ ਕੋਈ ਹੋਣਾ ਹੈ। ਇਸ ਕਰਕੇ ਕਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਕੀ ਸਾਧ ਸੰਗਤ ਪਿਆਰ ਦੇ ਨਾਲ ਬਚਨ ਸੁਣਨ ਵਾਲਾ ਹੈ। ਇਹੀ ਬਚਨ ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਚਮਕੌਰ ਗੜੀ ਨੂੰ ਛੱਡਣ ਲੱਗੇ ਹਨ, ਸਿੱਖਾਂ ਨੇ ਕਿਹਾ ਮਹਾਰਾਜ ਇੱਥੋਂ ਹੁਣ ਆਪ ਜੀ ਕਿਰਪਾ ਕਰੋ, ਤੁਸੀਂ ਇਹ ਗੜੀ ਵਿੱਚੋਂ ਚਲੇ ਜਾਓ, ਕਿਉਂਕਿ ਤੁਹਾਡੇ ਵਰਗੇ ਜਿਹੜੇ ਗੁਰੂ ਹਨ ਉਹ ਲੱਭਣੇ ਮੁਸ਼ਕਲ ਹਨ। ਤੇਰੇ ਵਰਗਾ ਗੁਰੂ ਸਾਨੂੰ ਕਿਤੇ ਲੱਭਣਾ ਨਹੀਂ, ਪਰ ਸਾਡੇ ਵਰਗੇ ਸਿੱਖ ਤੁਸੀਂ ਅਨੇਕਾਂ ਤਿਆਰ ਕਰ ਸਕਦੇ ਹੋ। ਇਸ ਕਰਕੇ ਆਪ ਜੀ ਸਹੀ ਸਲਾਮਤ ਰਹੋ ਅਤੇ ਆਪ ਜੀ ਦੀ ਸਿੱਖੀ ਦਾ, ਪ੍ਰੇਮੀਆਂ ਦਾ ਸਦਾ ਵਾਧਾ ਹੋਵੇਗਾ। ਉੱਥੇ ਕਿਸੇ ਵਿਦਵਾਨ ਨੇ ਬੜਾ ਵਿਰਾਗ ਪ੍ਰੇਮ ਦੇ ਵਿੱਚ ਸ਼ਬਦ ਲਿਖਿਆ ਹੈ, ਸਿੱਖਾਂ ਗੜੀ 'ਚੋਂ ਅਰਜ ਗੁਜ਼ਾਰੀ ਸਤਿਗੁਰੂ ਛੇਤੀ ਕਰੋ ਤਿਆਰੀ। ਸਿੱਖਾਂ ਗੜੀ 'ਚੋਂ ਅਰਜ ਗੁਜ਼ਾਰੀ ਸਤਿਗੁਰੂ ਛੇਤੀ ਕਰੋ ਤਿਆਰੀ। ਨੀਲਾ ਘੋੜਾ ਬਾਜ ਕਿਸੇ ਦੇ ਹੱਥ ਵਿੱਚ ਸੱਜਣਾ ਨਹੀਂ, ਦਾਤਿਆ ਤੇਰੇ ਵਰਗਾ ਗੁਰੂ ਅਸਾਂ ਨੂੰ ਮੁੜ ਕੇ ਲੱਭਣਾ ਨਹੀਂ। ਸਤਿਗੁਰੂ ਤੇਰੇ ਵਰਗਾ ਗੁਰੂ ਅਸਾਂ ਨੂੰ ਕਿਤਿਓਂ ਲੱਭਣਾ ਨਹੀਂ। ਇਸ ਕਰਕੇ ਸੱਚੇ ਗੁਰੂ ਦੀ ਜਿੰਨਾ ਚਿਰ ਪ੍ਰਾਪਤੀ ਪੂਰੇ ਗੁਰੂ ਦੀ ਨਹੀਂ ਹੁੰਦੀ, ਉਹਨਾਂ ਚਿਰ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਬੇਨਤੀ ਕਰਦੇ ਹਨ, ਭਾਈ ਹੋ ਸਕੇ ਇਸ ਪ੍ਰਕਾਰ ਬੇਨਤੀ ਕਰੋ ਮਹਾਰਾਜ ਵਾਹਿਗੁਰੂ ਤੂੰ ਆਪ ਕਿਰਪਾ ਕਰੇ, ਚੰਗੀ ਸੰਗਤ ਦੇ ਨਾਲ ਮਿਲਾ ਕੇ ਅਤੇ ਗੁਰੂ ਦੇ ਚਰਨਾਂ ਵਿੱਚ ਜੋੜ ਦੇਵੇਂ ਅਤੇ ਤੇਰਾ ਸਾਨੂੰ ਮਿਲਾਪ ਹੋ ਜਾਵੇ। ਜਿਹੜਾ ਤੂੰ ਨਿਯਮ ਬਣਾਇਆ ਹੈ ਕਿ ਤੂੰ ਮਿਲਦਾ ਜ਼ਰੂਰ ਹੈ ਪਰ ਗੁਰੂ ਦੇ ਰਾਹੀਂ ਮਿਲਦਾ ਹੈ। ਜੋ ਗੁਰੂ ਦੀ ਆਗਿਆ ਮੰਨੇ ਪਰਮੇਸ਼ਰ ਉਹਦੀ ਗੱਲ ਨੂੰ ਮੰਨਦਾ ਹੈ। ਝੂਠ ਵਿਗੁਤੀ ਤਾਂ ਫਿਰ ਮੂਈ, ਫੁਟ ਹੈ
ਫੁਲੇ। ਸਤਿਗੁਰੂ ਜੀ ਕਹਿੰਦੇ ਜੀਵ ਦੀ ਤੇ ਮਹਾਰਾਜ ਐਸੀ ਹਾਲਤ ਹੋਈ ਹੈ ਕਿ ਝੂਠ ਬੋਲਣ ਕਰਕੇ ਜੀਵ ਸਦਾ ਖੁਆਰ ਹੁੰਦਾ ਹੈ। ਤੇ ਆਪ ਸਿਆਣੇ ਗੁਰਮੁਖ ਜਾਣਦੇ ਹੋ ਕਿ ਭਾਈ ਸਿਆਣਿਆਂ ਦੀ ਕਹਾਵਤ ਹੈ ਕਿ ਝੂਠ ਤੇ ਝੂਠ ਦੋਵੇਂ ਜੀਵਨ ਨੂੰ ਮਾਰ ਦਿੰਦੇ ਹਨ। ਤੇ ਇਸ ਸਮੇਂ 'ਚ ਦੋਵੇਂ ਪ੍ਰਚਲਿਤ ਹਨ। ਝੂਠ ਵੀ ਹਰ ਥਾਂ 'ਤੇ ਚੱਲਦੀ ਬਹੁਤਿਆਂ ਥਾਵਾਂ 'ਤੇ। ਜਿਹੋ ਜਿਹਾ ਅੱਜ ਕੱਲ੍ਹ ਸਾਡਾ ਖਾਣਾ, ਜਿਹੋ ਜਿਹੀ ਰਹਿਣੀ ਬਹਿਣੀ ਹੋ ਰਹੀ ਹੈ, ਉੱਥੇ ਸੁੱਚ ਜਿਹੜੀ ਹੈ ਕੋਈ ਵਿਰਲਾ ਹੀ ਜਾਣਦਾ। ਸੁੱਚ ਹੋਵੇ ਤਾਂ ਸੱਚ ਪਾਈਏ। ਉਹ ਸੱਚੇ ਪਰਮੇਸ਼ਰ ਨੂੰ ਤਾਂ ਹੀ ਮਿਲਿਆ ਜਾਵੇਗਾ। ਆਪਣੀ ਬਿਰਤੀ, ਆਪਣੀ ਰਹਿਣੀ ਬਹਿਣੀ ਦੀ ਮਰਜ਼ਾਦਾ ਵਿੱਚ ਹੋਵੇ ਤੇ ਤਾਂ ਉਹਦੀ ਕਿਰਪਾ ਹੋਵੇ। ਝੂਠੇ ਭਾਂਡੇ ਵਿੱਚ ਤੇ ਦੁੱਧ ਨਹੀਂ ਟਿਕ ਸਕਦਾ, ਖਰਾਬ ਭਾਂਡੇ ਵਿੱਚ ਤੇ ਪਰਮੇਸ਼ਰ ਕਿਵੇਂ ਸਾਡੇ ਹਿਰਦੇ ਵਿੱਚ ਵਾਸਾ ਕਰ ਜਾਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਝੂਠ ਨੇ ਸਾਨੂੰ ਖੁਆਰ ਕੀਤਾ। ਵਗੁੱਤੀ ਤੋਂ ਭਾਵ ਖੁਆਰ ਹੋਣਾ। ਅੱਜ ਅਸੀਂ ਖੁਆਰ ਹੋ ਰਹੇ ਹਾਂ ਜੋ ਸਾਡੇ ਨਾਲ ਸਿੱਖ ਕੌਮ ਦੇ ਨਾਲ ਹੋ ਰਿਹਾ। ਸਾਡੀਆਂ ਕਮੀਆਂ ਕਰਕੇ, ਸਾਡੀਆਂ ਕਮਜ਼ੋਰੀਆਂ ਕਰਕੇ ਇਹ ਕੁਝ ਹੋ ਰਿਹਾ ਹੈ। ਨਹੀਂ ਤੇ ਜਿੰਨੀ ਸਤਿਗੁਰਾਂ ਸਾਨੂੰ ਸ਼ਕਤੀ ਬਖਸ਼ੀ ਹੈ। ਗੁਰੂ ਕਲਗੀਧਰ ਮਹਾਰਾਜ ਦਾ ਫਰਮਾਨ ਹੈ, ਜਬ ਤੱਕ ਖਾਲਸਾ ਰਹੇ ਨਿਆਰਾ ਤਬ ਤੱਕ ਤੇਜ ਦੇਉ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਕਹਿੰਦੇ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ ਜਗਤ ਵਿੱਚ, ਪਰ ਸਭ ਤੋਂ ਨਿਆਰਾ ਰਹੇਗਾ, ਸਭ ਨਾਲ ਪ੍ਰੇਮ ਰੱਖੇਗਾ। ਮੈਂ ਸਦਾ ਹੀ ਜਿੰਨੀ ਮੇਰੇ ਕੋਲ ਤਾਕਤ ਹੈ ਪਰਮੇਸ਼ਰ ਬਖਸ਼ੀ, ਮੈਂ ਸਾਰੀ ਆਪਣੇ ਸਿੱਖ ਦੇ ਅੱਗੇ ਹਾਜ਼ਰ ਕਰ ਦੇਵਾਂਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਜਦੋਂ ਇਹ ਫਿਰ ਕ੍ਰੀਤੀਆਂ ਵਿੱਚ ਪੈ ਜਾਵੇਗਾ, ਹੋਰ ਮਨ ਮਰਜ਼ੀਆਂ ਕਰੇਗਾ, ਝੂਠ ਤੇ ਝੂਠ ਦੇ ਵਿੱਚ ਫਸ ਜਾਵੇਗਾ, ਮੈਨੂੰ ਇਹਦਾ ਕੋਈ ਭਰੋਸਾ ਨਹੀਂ। ਭਾਵੇਂ ਕਿੰਨੇ ਬਾਹਰੋਂ ਬਾਣੇ ਪਾ ਕੇ, ਮਾਲਾ ਪਾ ਕੇ, ਹੋਰ ਕਈ ਤਰ੍ਹਾਂ ਦੇ ਭੇਸ ਕਰਕੇ, ਕਈ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਕਰਕੇ ਸੁਣਾਵੇ, ਉਹ ਮੈਨੂੰ ਕੋਈ ਗੱਲ ਮਨਜ਼ੂਰ ਨਹੀਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਾਨੂੰ ਝੂਠ ਬੋਲਣ ਕਰਕੇ ਤੇ ਪੁੱਠੇ ਦੂਜੇ ਰਸਤੇ ਪੈਣ ਕਰਕੇ ਫਿਰ ਮੁੱਤੀ ਤੋਂ ਪਾ ਮੁੱਤੀ ਕਹਿੰਦੇ ਛੁੱਟੜ ਇਸਤਰੀ ਨੂੰ ਪਰਮੇਸ਼ਰ ਕਿਰਪਾ ਕਰੇ, ਕਿਸੇ ਨੂੰ ਛੁੱਟੜ ਨਾ ਕਰੇ ਤੇ ਕਿਸੇ ਨੂੰ ਬੇਮੁਖ ਨਾ ਕਰੇ। ਉਹਦੇ ਅੱਗੇ ਬੇਨਤੀ ਕਰੀਏ। ਇਸ ਕਰਕੇ ਜਿਵੇਂ ਪਤੀ ਨੇ ਕਿਸੇ ਨੂੰ ਛੱਡ ਦਿੱਤਾ ਹੋਵੇ ਤੇ ਉਹਨੂੰ ਛੁੱਟੜ ਕਿਹਾ ਜਾਂਦਾ ਹੈ। ਜਿਹੜੀ ਛੁੱਟੜ ਹੈ ਉਹਨੂੰ ਪਤੀ ਵਰਤਾ ਇਸਤਰੀ ਜਦੀ ਕਦੇ ਲਾਗੇ ਨਹੀਂ ਲਾਉਂਦੀ, ਕਿਉਂਕਿ ਇਹਨੇ ਆਪਣੇ ਪਤੀ ਦੀ ਨਹੀਂ ਬਣੀ, ਉਹਦੀ ਆਗਿਆ ਤੋਂ ਬਾਹਰ ਹੋ ਗਈ ਹੈ। ਇਸ ਕਰਕੇ ਇਹਦੇ ਮਾੜੇ ਕਰਮ ਹਨ। ਇਸੇ ਤਰ੍ਹਾਂ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਹ ਨਗੁਰੇ ਦੇ ਨਾਲੋਂ ਹੀ ਮਾੜਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਸਤਿਗੁਰਾਂ ਕਿਹਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਸੱਚੇ ਗੁਰੂ ਤੋਂ ਬਿਨਾਂ ਉਹਦੇ ਵਰਗਾ ਹੋਰ ਕੋਈ ਗੁਰੂ ਨਹੀਂ। ਤੇ ਜਿਹਨੇ ਗੁਰੂ ਧਾਰਨ ਹੀ ਨਹੀਂ ਕੀਤਾ, ਕਹਿੰਦੇ ਉਹਦਾ ਨਾਂ ਲੈਣਾ ਵੀ ਪਾਪ ਹੈ। ਉਹਦੇ ਨਾਲ ਰਿਸ਼ਤਾ ਜੋੜਨਾ, ਉਹਦੇ ਨਾਲ ਕੋਈ ਸਾਂਝ ਪਾਉਣੀ ਉਦੋਂ ਵੱਡਾ ਪਾਪ ਹੈ। ਤੇ ਉਦੋਂ ਵੱਡਾ ਪਾਪ ਹੈ ਜਿਹੜਾ ਗੁਰੂ ਵਾਲਾ ਬਣ ਕੇ ਤੇ ਬੇਮੁਖ ਹੋ ਜਾਂਦਾ ਹੈ। ਗੁਰੂ ਕਾ ਬਾਣਾ ਪਾ ਕੇ ਭਾਵੇਂ ਹੋਰ ਮੁੜ ਕੇ ਕਿਸੇ ਤਰ੍ਹਾਂ ਦੇ ਬਾਣੇ ਪਾਵੇ, ਕਿਸੇ ਭੇਖ ਵਿੱਚ ਆ ਜਾਵੇ, ਕਿਸੇ ਸੰਤ ਦਾ ਹੋਰ ਚੇਲਾ ਬਣ ਜਾਵੇ, ਪਰ ਜਿਹੜਾ ਆਪਣੇ ਖਸਮ ਨੂੰ ਛੱਡ ਗਿਆ ਤੇ ਆਸਾ ਜੀ ਦੀ ਵਾਰ ਦੀ ਤੁਕ ਯਾਦ ਕਰੋ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਜੀ ਕਹਿੰਦੇ ਹੇ ਪਰਮੇਸ਼ਰ ਸਾਡੀ ਇਹ ਹਾਲਤ ਹੋ ਰਹੀ ਹੈ। ਫਿਰ ਕਹਿੰਦੇ ਕੁੱਕਾ ਹੈ ਕਾਹ ਸੇ ਫੁੱਲੇ। ਜਿਵੇਂ ਆਮ ਰੁੱਤ ਦੇ ਵਿੱਚ ਤੁਸੀਂ ਵੇਖਦੇ ਹੋ ਜਦੋਂ ਇਹ ਬਾਹਰ ਆਉਂਦੀ ਹੈ ਤੇ ਜਿਹੜੀ ਕਾਈ ਤੇ ਪਲਸ਼ੀ ਹੈ ਇਹ ਜਿਹੜੀ ਹੈ ਫਲ ਜਾਂਦੀ, ਇਹਦਾ ਬੂਰ ਨਿਕਲ ਆਉਂਦਾ ਹੈ ਤੇ ਉਹ ਜਿਹੜਾ ਹੈ ਬੂਰ ਖਿਲਰ ਜਾਂਦਾ ਹੈ, ਫੁੱਲਿਆ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਾਡੇ ਕਾਲੇ ਕੇਸ ਜਿਹੜੇ ਹਨ ਉਹ ਹੁਣ ਕਾਈ ਵਾਂਗੂ, ਜਿਵੇਂ ਕਾਈ ਦਾ ਬੂਰ ਹੁੰਦਾ ਹੈ, ਇਸ ਤਰ੍ਹਾਂ ਮਾਰ ਕਾਲੇ ਕੇਸਾਂ ਤੋਂ ਚਿੱਟੇ ਹੋ ਗਏ ਹਨ। ਪਰ ਅਜੇ ਤੇਰੇ ਨਾਲ ਅਸੀਂ ਜੁੜਨ ਦਾ ਕੋਈ ਯਤਨ ਨਹੀਂ ਕੀਤਾ, ਕਿਉਂਕਿ ਸਤਿਗੁਰਾਂ ਨੇ ਹੁਣੇ ਫਰਮਾਨ ਕੀਤਾ, ਸਰਵਣ ਕੀਤਾ ਹੈ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕੇ ਬਿਦ ਭਈ ਤਉ ਨਾ ਹਰ ਰਸ ਲੀਨ। ਇਹੋ ਜਿਹੀ ਹਾਲਤ ਹੋਣ ਕਰਕੇ ਫਿਰ ਵੀ ਜੀਵ ਕਹਿੰਦਾ ਕੋਈ ਨਹੀਂ ਵੇਖ ਲਵਾਂਗੇ, ਹੋਰ ਛਕ ਛਕਾ ਲਈਏ, ਕੋਈ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਦਾ ਕਾਰਜ ਕਰ ਲਈਏ ਫਿਰ ਵੇਖਾਂਗੇ। ਇਸ ਤਰ੍ਹਾਂ ਕਰਦਿਆਂ ਸਮਾਂ ਲੰਘ ਜਾਂਦਾ ਹੈ, ਮੁੜ ਕੇ ਕੁਝ ਹੁੰਦਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ। ਉਹ ਕਾਈ ਦਾ ਵੀ ਰੰਗ ਬਦਲ ਚੁੱਕਾ ਹੈ। ਸਾਡੀ ਅਵਸਥਾ ਜਿਹੜੀ ਹੈ ਜਵਾਨੀ ਬਿਰਧ, ਬਚਪਨ ਤੋਂ ਜਵਾਨ ਅਵਸਥਾ, ਜਵਾਨੀ ਤੋਂ ਬੁਢਾਪਾ ਹੋ ਚੁੱਕਾ ਹੈ। ਤੇ ਜਦੋਂ ਬੁਢਾਪਾ ਆ ਗਿਆ ਸਮਝੋ ਜੀਵ ਜਿਹੜਾ ਨੇੜੇ ਆ ਗਿਆ ਹੈ ਸਮੇਂ ਦੇ। ਪਤਾ ਤਾਂ ਪਹਿਲਾਂ ਵੀ ਕਿਸੇ ਦਾ ਨਹੀਂ, ਪਰ ਫਿਰ ਜ਼ਾਹਰ ਨਿਸ਼ਾਨੀ ਦਿਸਦੀ ਹੈ ਕਿ ਹੁਣ ਤੋਂ ਬਿਰਧ ਅਵਸਥਾ ਵਿੱਚ ਆ ਗਿਆ, ਇੱਥੋਂ ਜਾਣਾ ਪੈਣਾ ਹੈ। ਪਰਮੇਸ਼ਰ ਨੇ ਇਹ 3 ਪ੍ਰਕਾਰ ਜੀਵ ਨੂੰ ਚਿੱਠੀਆਂ ਘੱਲੀਆਂ ਹਨ। ਜਿਹੜੇ ਚਿੱਟੇ ਵਾਲ ਹੁੰਦੇ ਹਨ ਉਹ ਕੋਈ ਕਹਿ ਨਹੀਂ ਸਕਦਾ ਮੈਨੂੰ ਪਹਿਲਾਂ ਦੱਸਿਆ ਨਹੀਂ। ਜਿਵੇਂ ਕਿਹਾ ਵੇਣ ਪੁੱਛਿਆ ਹੀ ਲੈ ਜਾਏ, ਉਹਦਾ ਭਾਵ ਹੋਰ ਵੀ ਬਣਦਾ, ਉੱਥੇ ਪ੍ਰਕਰਨ ਹੋਰ ਹੈ। ਪਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਜਿਹੜਾ ਸਮਾਂ ਲੰਘ ਗਿਆ ਸਾਨੂੰ ਉਹਦੀ ਖਿਮਾ ਬਖਸ਼ੋ
ਤੇ ਆਉਣ ਵਾਲੇ ਸਮੇਂ 'ਚ ਆਪਣੇ ਚਰਨਾਂ ਨਾਲ ਜੋੜ ਕੇ ਸਾਡਾ ਜ਼ਿੰਦਗੀ ਦਾ ਸਮਾਂ ਸਫਲ ਕਰੋ। ਆਕੇ ਧਾਮ ਵਿਸੇਰਤ ਜਾਟਾ ਦੇਖ ਚਲਤ ਮਨ ਡੋਲੇ। ਸਤਿਗੁਰਾਂ ਹੁਣ ਫਿਰ ਆਪਣੀ ਜੀਵਨ ਅਵਸਥਾ ਦਾ ਹਵਾਲਾ ਦੇ ਕਰਕੇ ਦੱਸਿਆ, ਪ੍ਰਮਾਣ ਦੇ ਕੇ, ਹੇ ਵਾਹਿਗੁਰੂ, ਘਾਮ ਤੋਂ ਭਾਵ ਜਿਵੇਂ ਗਰਮੀ ਹੁੰਦੀ ਹੈ, ਬਹੁਤ ਜ਼ੋਰ ਤਪਸ਼ ਪੈਂਦੀ ਹੈ, ਇਸੇ ਤਰ੍ਹਾਂ ਜਿਹੜੀ ਜਵਾਨੀ ਹੈ ਉਦੋਂ ਬੜਾ ਜ਼ੋਰ ਹੁੰਦਾ ਹੈ, ਬੜਾ ਜੀਵ ਗਰਮ ਲਹੂ ਹੁੰਦਾ ਹੈ, ਵੇਂਦਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ। ਉਹ ਸਮੇਂ ਵਿੱਚ ਜਿਹੜੀ ਗਲਤੀ ਕਰ ਬੈਂਦਾ ਮੁੜ ਕੇ ਉਹ ਸਮਾਂ ਪ੍ਰਾਪਤ ਨਹੀਂ ਹੁੰਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਆਮ ਕਰਕੇ ਵਚਨ ਸੰਗਤਾਂ ਦੱਸਦੀਆਂ ਹਨ ਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਮੈਂ 60 ਸਾਲ ਤੱਕ ਆਪਣੇ ਸਿੱਖ ਨੂੰ ਉਡੀਕਦਾ ਹਾਂ ਕਿ 60 ਸਾਲ ਤੱਕ ਜੇ ਕੋਈ ਮੇਰੇ ਕੋਲ ਆ ਗਿਆ ਤੇ ਸਮਝਾਂਗਾ ਕਿ ਇਹਦਾ ਸਮਾਂ ਸਫਲ ਹੋ ਗਿਆ, ਮੇਰੇ ਹੁਕਮ ਨੂੰ ਮੰਨ ਲਿਆ। ਇਹਦਾ ਕਾਰਨ ਹੈ ਕਿ 60 ਸਾਲ ਤੋਂ ਬਾਅਦ ਜੀਵ ਦੀ ਤਾਕਤ ਜਿਹੜੀ ਹੈ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੀ ਪਹਿਲੀ ਪਹੁੰਚ ਨਹੀਂ ਰਹਿੰਦੀ, ਉਹ ਜਿਹਾ ਸਮਾਂ ਨਹੀਂ ਰਹਿੰਦਾ, ਉਹ ਜੀ ਜ਼ਿੰਮੇਵਾਰੀ ਨਹੀਂ ਰਹਿੰਦੀ ਉਹਦੀ ਆਪਣੀ, ਇਸ ਕਰਕੇ ਮੁੜ ਕੇ ਮੁਸ਼ਕਿਲ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਜਵਾਨੀ ਦਾ ਜ਼ੋਰ ਐਸਾ ਆਇਆ, ਉਹ ਗਰਮੀ ਦੇ ਜਵਾਨੀ ਦੇ ਜ਼ੋਰ ਵਿੱਚ ਸਮਾਂ ਲੰਘਾ ਲਿਆ। ਉਹ ਪਿੱਛੇ ਇਹ ਸੀ, ਹੁਣ ਆਉਣ ਵਾਲਾ ਸਮਾਂ ਜਾੜਾ ਕਹਿੰਦੇ ਹਨ। ਇਹਦਾ ਭਾਵ ਹੈ ਇੱਕ ਤੇ ਹੈ ਬਿਰਧ ਅਵਸਥਾ, ਦੂਜਾ ਭਾਵ ਜਿਵੇਂ ਪਾਲੇ ਦੀ ਰੁੱਤ ਆ ਜਾਂਦੀ, ਕੋਹਰਾ ਪੈਂਦਾ ਹੈ, ਤੇ ਪਾਲੇ ਦਾ ਅਰਥ ਕੀਤਾ ਹੈ ਗਿੱਦੜ ਮਹਾਨ ਕੋਸ਼ ਦੇ ਵਿੱਚ। ਜਿਵੇਂ ਗਿੱਦੜ ਦਾ ਭਾਵ ਹੁੰਦਾ ਕਿ ਬਹੁਤ ਡਰਾਕਲ ਤੇ ਹਰ ਕੰਮ ਤੋਂ ਸੁੰਗੜਿਆ ਹੋਇਆ, ਡਰਦਾ ਹੋਇਆ, ਇਸੇ ਤਰ੍ਹਾਂ ਸਿਆਲ ਦੇ ਵਿੱਚ ਆਮ ਜੀਵ ਜਿਹੜਾ ਹੈ ਪਾਲੇ ਤੋਂ ਡਰਦਾ ਹੋਇਆ, ਅੰਮ੍ਰਿਤ ਵੇਲੇ ਉੱਠਦਾ ਨਹੀਂ, ਇਸ਼ਨਾਨ ਨਹੀਂ ਕਰਦਾ। ਅੱਜ ਸਮਾਂ ਆ ਗਿਆ ਹੈ ਗੀਜਰਾਂ ਦਾ, ਗਰਮ ਪਾਣੀ ਨਾਲ ਇਸ਼ਨਾਨ ਕਰਨ ਦਾ। ਪਰ ਪੁਰਾਤਨ ਜਿਹੜੇ ਰਹਿਤਨਾਮੇ ਹਨ ਉਹਨਾਂ ਵਿੱਚ ਦੱਸਿਆ ਕਿ ਗੁਰੂ ਸਿੱਖ ਜਿਹੜੇ ਹਨ ਅੰਮ੍ਰਿਤ ਵੇਲੇ ਜਿਹੜੇ ਠੰਡੇ ਪਾਣੀ ਦਾ ਇਸ਼ਨਾਨ ਕਰਦੇ ਰਹੇ ਹਨ। ਇੱਥੋਂ ਤੱਕ ਪਾਣੀ 'ਤੇ ਕੋਹਰਾ ਜੰਮਿਆ ਹੁੰਦਾ ਸੀ। ਇੱਕ ਵਾਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਦੀ ਜੀਵਨ ਸਾਖੀ ਦੇ ਵਿੱਚ ਹਵਾਲਾ ਆਉਂਦਾ ਹੈ ਕਿ ਮਨ ਵਿੱਚ ਵਿਚਾਰ ਆਈ, ਅੱਜ ਠੰਡ ਬਹੁਤ ਹੈ, ਅੱਜ ਇਸ਼ਨਾਨ ਰਹਿਣ ਦਈਏ, 5 ਇਸ਼ਨਾਨਾਂ ਕਰ ਲਈਏ। ਪਰ ਅੰਦਰੋਂ ਫਿਰ ਆਵਾਜ਼ ਆਈ ਆਤਮਾ ਦੀ ਕਿ ਜੇ ਅੱਜ ਨਾ ਕੀਤਾ ਤੇ ਕੱਲ੍ਹ ਨੂੰ ਮਾਨੇ ਫਿਰ ਵੇਰੇਗਾ। ਫਿਰ ਇਸੇ ਤਰ੍ਹਾਂ ਕਈ ਨਾਗੇ ਹੋ ਜਾਣਗੇ। ਕਹਿਣ ਲੱਗੇ, ਹੇ ਮਨਾ, ਜੇ ਤੂੰ ਦਲਿੱਦਰ ਕਰਦਾ ਹੈ ਜਿਹੜਾ ਇੱਕ ਚੁੱਭਾ ਲੈਣਾ ਹੈ, ਅੱਜ 5 ਲਾਉਣੇ ਹਨ। ਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਦਲਿੱਦਰ ਨਹੀਂ ਪੈਣ ਦੇਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੁਣ ਪਿਛਲੀ ਰੁੱਤ ਆ ਗਈ ਹੈ, ਹੁਣ ਫਿਰ ਕਮਜ਼ੋਰੀ ਆ ਗਈ ਹਰ ਕੰਮ ਦੇ ਵਿੱਚ। ਤੇ ਮਹਾਰਾਜ ਜਿੰਨਾ ਚਿਰ ਸਵਾਸ ਆਉਂਦੇ ਹਨ ਇਹ ਬਾਕੀ ਸਮਾਂ ਜਿਹੜਾ ਹੈ ਆਪਣੇ ਨਾਲ ਜੋੜ ਕੇ ਸਫਲਾ ਕਰ ਲਓ। ਤੈ ਜਿਸ ਸਾਟ ਹਰੀ ਹਰਿਆਵਲ ਸਹਿਜ ਪਕੇ ਸੋ ਮੀਠਾ। ਸਤਿਗੁਰੂ ਜੀ ਕਹਿੰਦੇ ਜਿਵੇਂ ਦਹਿ ਦਿਸ 10 ਦਿਸ਼ਾ ਹਨ, 4 ਕੁੰਟਾਂ ਹਨ, ਜਿਵੇਂ 4 ਬਾਹੀਆਂ ਹਨ, ਉੱਤਰ ਦੱਖਣ ਪੂਰਬ ਤੇ ਪੱਛਮ। ਇਸੇ ਤਰ੍ਹਾਂ 4 ਨੁੱਕਰਾਂ ਹਨ, ਈਸ਼ਾਨ ਕੋਣ, ਨੈਰਤ ਕੋਣ, ਵਾਯਵ ਕੋਣ, ਤੇ ਇਸ ਤਰ੍ਹਾਂ ਵਿਖਮ ਕੋਣ। ਇਹ 4 ਨੁੱਕਰਾਂ ਹਨ। 4 ਕੁੰਟਾਂ ਤੇ 4 ਬਾਹੀਆਂ, 4 ਨੁੱਕਰਾਂ ਤੇ ਧਰਤੀ ਤੇ ਆਕਾਸ਼, 10 ਬਣ ਜਾਂਦੇ ਹਨ। ਇਹਨੂੰ 10 ਦਿਸ਼ਾ ਕਿਹਾ ਹੈ। 4 ਕੁੰਟ ਦੈ ਦਿਸ ਭ੍ਰਮੈ ਥਕ ਆਏ ਪ੍ਰਭ ਕੀ ਸਾਮ। ਇੱਥੇ ਵੀ ਸਤਿਗੁਰੂ ਕਹਿੰਦੇ ਦਹਿ ਦਿਸ ਸਾਖ ਹਰੀ ਹਰੀ ਆਵਲ। ਹੇ ਪਰਮੇਸ਼ਰ ਵਾਹਿਗੁਰੂ ਜੀਓ, ਹਰ ਪਾਸੇ 10 ਦਿਸ਼ਾ ਵਿੱਚ ਤੇਰੀ ਬਣਾਈ ਹੋਈ ਬਨਾਸਪਤੀ ਦੀ ਹਰਿਆਵਲ ਛਾ ਰਹੀ ਹੈ। ਸੋਹਣੀ ਸੋਹਣੀ ਫਸਲ ਵਾਲੀ ਬਨਾਸਪਤੀ ਸ਼ੋਭ ਰਹੀ ਹੈ। ਤੇ ਮਹਾਰਾਜ ਇਹਦੇ ਵਿੱਚ ਜਿਹੜੀ ਬਨਾਸਪਤੀ ਤੂੰ ਆਪਣੀ ਕਿਰਪਾ ਦੇ ਨਾਲ ਆਪਣੇ ਸਮੇਂ ਦੇ ਨਾਲ ਪਕਾਉਣਾ ਹੈ, ਤੇ ਉਹਦਾ ਜਿਹੜਾ ਰਸ ਜਿਹੜਾ ਵੱਖਰਾ ਹੁੰਦਾ ਹੈ। ਜਿਹੜਾ ਕੋਈ ਦਵਾਈਆਂ ਲਾ ਕੇ ਲਾਗਾਂ ਲਾ ਕੇ ਪਕਾਇਆ ਜਾਂਦਾ ਹੈ, ਫਲ ਦਾ ਸਬਜ਼ੀ ਦਾ ਵੱਖਰਾ ਰਸ ਹੁੰਦਾ ਹੈ, ਉਹ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਇਹ ਦੁਨੀਆ ਦੇ ਵਿੱਚ ਹਰਿਆਵਲ ਹੈ ਪਰਮੇਸ਼ਰ ਦੇ ਪਿਆਰਿਆਂ ਦੀ, ਭਗਤਾਂ ਸੰਤਾਂ ਭਗਤਾਂ ਦੀ। ਜਿਹੜੇ ਕਹਿੰਦੇ ਸੰਤਾਂ ਭਗਤਾਂ ਦੀ ਲੋੜ ਨਹੀਂ, ਉਹ ਬਾਣੀ ਤੋਂ ਅਣਜਾਣ ਹਨ, ਸਮਝਦੇ ਨਹੀਂ। ਬਾਣੀ ਦਾ ਕਹਿਣਾ ਹੈ, ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਹੀ ਤੁਕ ਲਈਏ, ਤੁਕਾਂ ਬੇਅੰਤ ਹਨ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਨਿਤਨੇਮ ਦੇ ਵਿੱਚ 2 ਵਾਰ ਤੁਕ ਜਿਹੜੀ ਇਹ ਆਮ ਕਰਕੇ ਆ ਜਾਂਦੀ ਹੈ। ਜਿਵੇਂ ਆਸਾ ਜੀ ਦੀ ਵਾਰ ਦੇ ਆਰੰਭ ਦੇ ਵਿੱਚ ਇਹ ਸ਼ਬਦ ਜਿਹੜਾ ਪੜ੍ਹਿਆ ਜਾਂਦਾ ਹੈ, ਤੇ ਰਾਤ ਨੂੰ ਰਹਿ ਰਾਸ ਦੇ ਆਰੰਭ ਦੇ ਵਿੱਚ 2 ਵਾਰੇ ਸ਼ਬਦ ਆਉਂਦਾ ਹੈ। ਫਿਰ ਵੀ ਅਸੀਂ ਇਹਨਾਂ ਗੱਲਾਂ ਤੋਂ ਪਾਸੇ ਜਾਈਏ, ਨਿੰਦਿਆ ਕਿੰਤੂ ਪਰੰਤੂ ਕਰੀਏ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨਹੀਂ। ਜੇ ਮੰਨੀਏ ਸਾਨੂੰ ਪਤਾ ਲੱਗ ਜਾਵੇ। ਸੋ ਗੁਰੂ ਕੀ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਜੀ ਕਹਿੰਦੇ, ਹੇ ਮਹਾਰਾਜ, ਜਿਹੜੇ ਤੇਰੇ ਭਗਤ ਪਿਆਰੇ ਹਨ, ਗੁਰੂ ਕੇ ਮਰਜ਼ਾਦਾ ਨਾਲ ਜੁੜੇ ਹੋਏ, ਉਹਨਾਂ ਦੀ ਹਰਿਆਵਲ, ਉਹਨਾਂ ਦੀ ਸ਼ਕਤੀ, ਉਹਨਾਂ ਦਾ ਉਪਦੇਸ਼, ਉਹਨਾਂ ਦੀ ਸੰਗਤ ਦਾ ਐਸਾ ਪ੍ਰਭਾਵ ਚਾਰੇ ਪਾਸੇ ਪੈ ਰਿਹਾ, ਜਿਵੇਂ ਹਰਿਆ ਭਰਿਆ ਜਿਹੜਾ ਵਾਤਾਵਰਣ ਬਣ ਜਾਂਦਾ ਹੈ। ਤੇ ਉਹਨਾਂ ਦੇ ਨਾਲ ਜੁੜ ਕੇ ਜਿਹੜਾ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੇ ਸਿਮਰਨ ਨੂੰ ਪ੍ਰੇਮ ਦੇ ਨਾਲ ਸਹਿਜੇ ਸਹਿਜੇ ਯਾਦ ਕਰਦਾ ਹੈ। ਕੋਈ ਕਾਹਲੀ ਦੀ ਲੋੜ ਨਹੀਂ।
ਕਿਉਂਕਿ ਕਾਲੀ ਤਾਂ ਕਰੀਏ ਜੇ ਉਹ ਮੁੱਕ ਜਾਣਾ ਹੋਵੇ। ਉਹ ਤੇ ਅਕਥ ਕਥਾ ਹੈ, ਉਹਦੀ ਉਹ ਬੇਅੰਤ ਹੈ, ਤੇ ਬੇਅੰਤ ਕਹਿਣ ਵਾਲਾ ਬੇਅੰਤ ਹੋ ਸਕਦਾ ਪਰ ਉਹਦਾ ਅੰਤ ਨਹੀਂ। ਜੇ ਅੰਤ ਹੀ ਨਹੀਂ ਹੋਣਾ ਤੇ ਪ੍ਰੇਮ ਨਾਲ ਯਾਦ ਕਰੀਏ ਤੇ ਉਹਦੇ ਨਾਲ ਛੇਤੀ ਮਿਲਾਪ ਹੋ ਜਾਂਦਾ ਜਿਹਦਾ ਕੋਈ ਅੰਤ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਹਿਜ ਸ਼ਾਂਤੀ ਗਿਆਨ ਦੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ ਤੇ ਉਹਦੇ ਬੋਲ, ਉਹਦੀ ਕਰਨੀ, ਉਹਦਾ ਜੋ ਕੁਝ ਵੀ ਹੈ ਉਹ ਮਿੱਠਾ ਹੋ ਜਾਂਦਾ ਹੈ, ਰਸਦਾਇਕ ਹੋ ਜਾਂਦਾ ਹੈ। ਜਿਹੜਾ ਉਹਦੇ ਕੋਈ ਸੰਗਤ ਕਰੇਗਾ, ਜਿਹੜਾ ਉਹਦੇ ਘਰੋਂ ਜਲ ਵੀ ਛਕ ਲਵੇਗਾ, ਜਿਹੜਾ ਉਹਦਾ ਕੋਈ ਬਚਨ ਸੁਣੇਗਾ ਉਹਨੂੰ ਠੰਡ ਪੈ ਜਾਵੇਗੀ, ਉਹਦੇ ਅੰਦਰ ਮਿਠਾਸ ਆ ਜਾਵੇਗੀ। ਭਾਵੇਂ ਕਿੰਨਾ ਕ੍ਰੋਧ ਤਾਮਸੀ ਦੇ ਵਿੱਚ ਹੋਵੇ ਉਹਨੂੰ ਸ਼ਾਂਤੀ ਤੇ ਆਨੰਦ ਬਣ ਜਾਵੇਗਾ। ਉਹਦੀ ਨਿਸ਼ਾਨੀ ਇਹ ਹੈ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਐਸੀ ਅਵਸਥਾ ਗੁਰੂ ਬਣਾ ਦਿੰਦੇ ਹਨ। ਅਸਣ ਅਨਾਨਿਕ ਅਸਣ ਮਿਲਹੁ ਪਿਆਰੇ, ਸਤਿਗੁਰ ਭਏ ਬਸੀਠਾ, ਬੈਠ ਸਾਖ ਹਰੀ ਹਰਿਆਵਲ, ਸਹਿਜ ਪਕੇ ਸੋ ਮੀਠਾ। ਨਾਨਕ ਅਸਣ ਮਿਲਹੁ ਪਿਆਰੇ, ਸਤਿਗੁਰ ਭਏ ਬਸੀਠਾ। ਗੁਰੂ ਪਿਆਰੀ ਸਾਧ ਸੰਗਤ, ਇਸ ਮਹੀਨੇ ਦੀ ਜੋ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਜੀ ਇਸ ਕਥਾ ਦੇ ਵਿਸਰਾਮ 'ਤੇ ਜੋ ਫਰਮਾਨ ਹੈ ਸਤਿਗੁਰਾਂ ਦਾ ਇਸ ਪ੍ਰਕਾਰ ਹੈ ਕਿ ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀਓ, ਇਹ ਜੋ ਤੂੰ ਮਹੀਨਾ ਸਾਨੂੰ ਬਖਸ਼ਣਾ ਕੀਤਾ ਹੈ, ਇਹ ਸਮਾਂ ਅੱਜ ਪ੍ਰਵੇਸ਼ ਹੋਇਆ ਹੈ, ਇਸ ਕਰਕੇ ਸਾਨੂੰ ਛੇਤੀ ਮਿਲਣਾ ਕਰੋ, ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ। ਉਹ ਸਮੇਂ ਦਾ ਪਤਾ ਨਹੀਂ ਬਚਪਨ ਵਿੱਚ ਆ ਜਾਵੇ ਕਿ ਉਹ ਜਵਾਨੀ ਵਿੱਚ ਆ ਜਾਵੇ ਕਿ ਬੁਢੇਪੇ ਵਿੱਚ ਆ ਜਾਵੇ। ਇਸ ਕਰਕੇ ਉਹ ਤਿੰਨਾਂ ਸਮਿਆਂ 'ਚ ਪਤਾ ਨਹੀਂ ਕਦੋਂ ਤੇਰਾ ਬੁਲਾਵਾ ਆ ਜਾਣਾ ਹੈ, ਫਰਮਾਨ ਆ ਜਾਣਾ ਹੈ, ਤੂੰ ਜਾਣਾ ਪੈਣਾ ਹੈ। ਤੂੰ ਕਿਰਪਾ ਕਰ, ਜਿਹਦੇ ਸਵਾਸ ਹਨ ਇਹ ਸਵਾਸ ਆਇਆ, ਅਗਲੇ ਦਾ ਪਤਾ ਨਹੀਂ। ਆਦਮੀ ਹਾਂ ਇੱਕਦਮੀ ਮੋਲਕ ਮੋਤ ਨਾ ਜਾਣਾ। ਆਦਮੀ ਨੂੰ ਤਾਂ ਹੀ ਕਿਹਾ ਦਮ ਆਇਆ, ਤੇ ਆਇਆ ਨਾ ਆਇਆ ਤੇ ਨਾ ਆਇਆ, ਇਹਦਾ ਨਾਂ ਤਾਂ ਆਦਮੀ ਹੈ ਕਿ ਦਮ ਦੇ ਨਾਲ ਹੀ ਹੈ। ਇਸ ਕਰਕੇ ਮਹਾਰਾਜ ਸਾਨੂੰ ਆ ਕੇ ਮਿਲਣਾ ਕਰੋ। ਤੇ ਫਿਰ ਕਹਿੰਦੇ ਸਤਿਗੁਰ ਭੈ ਬਸੀਠਾ। ਤੇ ਜਦੋਂ ਉਹਨੇ ਵੇਖਿਆ ਕਿ ਅੰਦਰੋਂ ਜੀ ਬੇਨਤੀਆਂ ਕਰ ਰਿਹਾ, ਇਹਦਾ ਅੰਦਰੋਂ ਭਾਂਡਾ ਸਾਫ਼ ਹੈ। ਜਿਵੇਂ ਸੁਖਮਨੀ ਸਾਹਿਬ 'ਚ ਬਚਨ ਆਉਂਦਾ, 20 ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ, ਪਰਮੇਸ਼ਰ ਕੀ ਗਤ ਜਾਣੈ। ਜਦੋਂ ਗੁਰੂ ਸਮਝਦਾ ਹੈ ਕਿ 20 ਵਿਸਵੇ ਇਹ ਮਨ ਇਹਦਾ ਸਹੀ ਹੋ ਗਿਆ ਹੈ, 20 ਤੋਂ ਭਾਵ ਹੁੰਦਾ ਜਿਵੇਂ ਅੱਜ ਕੱਲ੍ਹ 100% ਕਿਹਾ ਜਾਂਦਾ, 100% ਗੱਲ ਸੱਚ ਹੈ। ਇਸੇ ਤਰ੍ਹਾਂ ਪੁਰਾਣੇ ਸਮੇਂ 'ਚ 20 ਦਾ ਹਿਸਾਬ ਚੱਲਦਾ ਸੀ। ਤੇ ਸਤਿਗੁਰਾਂ ਨੇ ਉਸ ਪ੍ਰਕਾਰ 20 ਦੇ ਨਾਲ ਕਈ ਥਾਈਂ ਇਹ ਬਚਨ ਉਚਾਰਨਾ ਕੀਤਾ ਹੈ ਕਿ 20 ਵਿਸਵੇ 20 ਹਿੱਸੇ ਜਿਹਦਾ ਮਨ ਮੰਨ ਗਿਆ ਉਹ ਤਾਂ ਮੰਨਣਾ ਹੈ ਜਿਹੜੀ 21ਵਾਂ ਹਿੱਸਾ ਸੰਗਤ ਹੈ। ਜਿਹੜਾ ਸੰਗਤ ਚੰਗੀ ਦੇ ਨਾਲ ਸਤ ਸੰਗਤ ਨਾਲ ਜੁੜ ਗਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਉਹਨੂੰ ਫਿਰ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਤੇ ਬਸੀਠ ਕਹਿੰਦੇ ਗੁਰੂ। ਇਸ ਕਰਕੇ ਸਤਿਗੁਰਾਂ ਕਿਹਾ ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਪਿਆ ਤੁਰੋਂ ਸੰਜੋਗ। ਇਸ ਕਰਕੇ ਜਿਨ੍ਹਾਂ 'ਤੇ ਕਿਰਪਾ ਕੀਤੀ, ਗੁਰੂ ਵਕੀਲ ਬਣ ਗਏ, ਵਿਚੋਲੇ ਬਣ ਗਏ। ਜਦੋਂ ਗੁਰੂ ਵਿਚੋਲਾ ਵਿੱਚ ਹੋ ਜਾਵੇ, ਸਿਆਣਾ ਵਿਚੋਲਾ ਆਵੇ, ਸਮਝਦਾਰ, ਤੇ ਦੋਵਾਂ ਪਾਸਿਆਂ ਤੋਂ ਉਹ ਗੱਲ ਜਿਹੜੀ ਹੈ ਉਹ ਸਹੀ ਕਰਕੇ ਤੇ ਦੋਵਾਂ ਦਾ ਮਿਲਾਪ ਕਰ ਦਿੰਦਾ ਹੈ, ਦੋ ਤਰ੍ਹਾਂ ਦਾ। ਇਸੇ ਪ੍ਰਕਾਰ ਗੁਰੂ ਜਿਹੜਾ ਸੱਚਾ ਵਿਚੋਲਾ, ਭਾਈ ਗੁਰਦਾਸ ਜੀ ਕਹਿੰਦੇ ਹੋਏ ਵਿਚੋਲਾ ਆਣ ਮਿਲਾਵੇ ਤੇ ਜੀਵ ਤੇ ਪਰਮੇਸ਼ਰ ਦਾ ਉਹ ਮੇਲ ਕਰ ਦਿੰਦਾ ਹੈ। ਗੁਰੂ ਪਿਆਰੀ ਸਾਧ ਸੰਗਤ, ਅੱਜ ਦੇ ਮਹੀਨੇ ਦਾ ਜੋ ਫਰਮਾਨ ਹੈ, ਪੰਜਵੇਂ ਪਾਤਸ਼ਾਹ ਜੀ ਨੇ ਇਸ ਮਹੀਨੇ ਦੀਆਂ ਵਿਸਰਾਮ ਦੀਆਂ ਤੁਕਾਂ ਵਿੱਚ ਕਿਹਾ, ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ ਰਾਏ। ਕਹਿੰਦੇ ਭਾਈ ਇਹ ਰੂਹਾਂ ਉਹ ਇਸ ਮਹੀਨੇ ਵਿੱਚ ਸੁਖੀ ਵਸਦੀਆਂ ਹਨ ਜਿਨ੍ਹਾਂ 'ਤੇ ਪਰਮੇਸ਼ਰ ਦੀ ਕਿਰਪਾ, ਮਇਆ ਕਹਿੰਦੇ ਰਹਿਮਤ, ਕਿਰਪਾ, ਤਰਸ ਜਿਨ੍ਹਾਂ 'ਤੇ ਉਹਨੇ ਕਰ ਲਿਆ ਹੈ, ਉਹਦੇ ਨਾਲ ਜੁੜ ਗਏ ਹਨ। ਉਹਨਾਂ ਵਾਸਤੇ ਸਮਾਂ ਮਹੀਨਾ ਸਫਲ ਹੈ। ਜੋ ਗੁਰੂ ਵਾਲੇ ਬਣੇ ਹਨ ਧੰਨ ਹਨ, ਵਡਭਾਗੀ ਹਨ। ਜਿਨ੍ਹਾਂ ਨੇ ਗੁਰੂ ਵਾਲੇ ਅਜੇ ਨਹੀਂ ਬਣਨਾ ਕੀਤਾ, ਗੁਰੂ ਪਿਆਰੀ ਸਾਧ ਸੰਗਤ ਬੇਨਤੀ ਕਰੀਏ ਗੁਰੂ ਅੱਗੇ ਸਾਨੂੰ ਸਮਰੱਥਾ ਬਖਸ਼ੇ। ਕਿਉਂਕਿ ਜੇ ਸਾਨੂੰ ਕੋਈ ਕਹੇ, ਸਾਨੂੰ ਬੜਾ ਡਰ ਲੱਗਦਾ ਹੈ, ਕਈ ਬਹਾਨੇ ਬਣਾਉਂਦੇ, ਆਹ ਕਿਵੇਂ ਹੋਏਗਾ, ਆਹ ਕਿਵੇਂ ਹੋਏਗਾ। ਗੁਰੂ ਅੱਗੇ ਬੇਨਤੀ ਕਰੀਏ, ਮਹਾਰਾਜ ਤੂੰ ਕਿਰਪਾ ਕਰਕੇ ਸਾਡੀਆਂ ਇਹ ਜਿਹੜੀਆਂ ਰੋਗ ਪਾਉਣ ਵਾਲੀਆਂ ਸਮੱਸਿਆ ਨੂੰ ਹੱਲ ਕਰਕੇ, ਦੂਰ ਕਰਕੇ, ਰੁਕਾਵਟਾਂ ਦੂਰ ਕਰਕੇ ਆਪਣੇ ਚਰਨਾਂ ਦੇ ਨਾਲ ਮੇਲ ਲਓ। ਗੁਰੂ ਪਿਆਰੀ ਸਾਧ ਸੰਗਤ, ਇਸੇ
ਪ੍ਰਕਾਰ ਇੱਕ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਵੀ ਹੈ ਕਿ ਭਾਈ ਕੱਲ੍ਹ ਨੂੰ ਆਪਣੇ ਗੋਂਦਵਾਲ ਬਾਈਪਾਸ 'ਤੇ ਅੰਮ੍ਰਿਤ ਸੰਚਾਰ ਹੋਣਾ ਹੈ। ਮਹਾਂਪੁਰਖਾਂ ਦਾ ਉੱਥੇ ਕੱਲ੍ਹ ਦਾ ਪਹਿਰਾ ਲੱਗਾ ਹੋਇਆ ਹੈ। ਇਸ ਕਰਕੇ ਉਹਨਾਂ ਦੇ ਵੱਲੋਂ ਵੀ ਇਹ ਹੁਕਮ ਹੈ ਕਿ ਸੰਗਤਾਂ ਨੂੰ ਬੇਨਤੀ ਕਰਨੀ ਪਾਏ, ਜਿਸ ਕਿਸੇ ਨੇ ਅੰਮ੍ਰਿਤ ਛਕਣ ਦੀ ਇੱਛਾ ਬਣਾਈ ਹੋਏ, ਗੁਰੂ ਵਾਲੇ ਬਣਨਾ ਹੋਏ, ਵਾਹਿਗੁਰੂ ਨਾਮ ਜਹਾਜ਼ 'ਚ ਸਵਾਰ ਹੋਣਾ ਹੋਵੇ, ਤੇ ਉਹ ਸਮਾਂ ਨਹੀਂ ਵੇਖਣਾ ਚਾਹੀਦਾ। ਗੁਰੂ ਕੀ ਬਾਣੀ ਕਹਿੰਦੇ ਗੁਰਮੁਖਾਂ ਵਾਸਤੇ ਨਾਮ ਜਪਣਾ, ਦਾਨ ਕਰਨਾ, ਦਰਸ਼ਨ ਕਰਨਾ ਤੇ ਇਸ਼ਨਾਨ ਕਰਨਾ, ਇਹ 4 ਗੱਲਾਂ ਬੜੀਆਂ ਜ਼ਰੂਰੀ ਹਨ। ਛੇਤੀ ਤੋਂ ਛੇਤੀ ਕਰ ਲਓ ਤੇ ਗੁਰੂ ਵਾਲੇ ਬਣਨਾ ਇਹਦੇ ਨਾਲੋਂ ਵੀ ਜ਼ਰੂਰੀ ਹੈ। ਇਸ ਕਰਕੇ ਕਿਸੇ ਮਾਈ ਭਾਈ ਦਾ ਮਨ ਬਣਿਆ ਹੋਵੇ ਤੇ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਦਾ ਬਾਟਾ ਇੱਥੇ ਬਾਈਪਾਸ 'ਤੇ ਵੀ ਤਿਆਰ ਹੋਣਾ ਹੈ, ਜੋ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਥਾਨ ਹੈ। ਇਤਿਹਾਸ ਵਿੱਚ ਇਸ ਸਥਾਨ ਦਾ ਜ਼ਿਕਰ ਵੀ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਸ੍ਰੀ ਅੰਮ੍ਰਿਤਸਰ ਤੋਂ ਗੋਂਦਵਾਲ ਸਾਹਿਬ ਵੱਲ ਜਾਂਦੇ ਜਾਂ ਹੋਰ ਇੱਧਰ ਅੱਗੇ ਇਲਾਕੇ ਨੂੰ ਜਾਂਦੇ ਸਨ, ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਜਾਂ ਉੱਧਰੋਂ ਵਾਪਸ ਆਉਂਦੇ, ਤੇ ਇਹ ਜਿਹੜਾ ਇੱਥੇ ਖੂਹ ਹੈ, ਇਸ ਖੂਹ 'ਤੇ ਆ ਕੇ ਰੁਕਦੇ ਸਨ, ਜਲ ਪਾਣੀ ਵਰਤਦੇ ਸਨ। ਤੇ ਤਰਨ ਤਾਰਨ ਸਾਹਿਬ ਦੀਆਂ ਸੰਗਤਾਂ ਜੋ ਢੋਲਕੀਆਂ ਛੈਣੇ ਸਾਜ਼ਾਂ ਦੇ ਨਾਲ ਵਾਹਿਗੁਰੂ ਦਾ ਜਸ ਕਰਦੇ ਆ ਕੇ ਇੱਥੋਂ ਸਤਿਗੁਰਾਂ ਨੂੰ ਖੜਦੇ ਸਨ। ਤੇ ਜਦੋਂ ਸਤਿਗੁਰੂ ਇੱਥੋਂ ਰਵਾਨਗੀ ਹੁੰਦੀ, ਉਹਨਾਂ ਨੂੰ ਵਿਦਿਆ ਕਰਦੇ, ਉਦੋਂ ਵੀ ਇੱਥੋਂ ਤੱਕ ਨਾਲ ਆਉਂਦੇ ਸਨ ਤੋਰਨ ਵਾਸਤੇ। ਇਹਨਾਂ ਸੰਗਤਾਂ ਪ੍ਰੇਮ ਕਰਦੀਆਂ ਰਹੀਆਂ ਹਨ। ਉਹ ਸਥਾਨ ਮਹਾਂਪੁਰਖਾਂ ਨੇ ਪ੍ਰਗਟ ਕਰਕੇ ਸੰਗਤਾਂ ਦੇ ਸਾਹਮਣੇ ਉੱਥੇ ਕਿਰਪਾ ਕਰਾਈ ਹੈ। ਸੋ ਇਸ ਵਾਸਤੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਜੋ ਆਪਾਂ ਦੋਹਰਾ ਮਗਰੋਂ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਬੇਨਤੀ ਯਾਦ ਰੱਖਿਆ ਕਰੋ, ਗੁਰੂ ਕੀ ਸੰਗਤ ਵੱਡੀ ਹੈ, ਪਰ ਬੇਨਤੀ ਹੈ ਭਾਈ ਆਪ ਜੀ ਦੀ ਕਿਰਪਾ ਦੇ ਨਾਲ ਹੀ ਆਪ ਜੀ ਦੇ ਅੱਗੇ ਬੇਨਤੀ ਹੈ, ਗੁਰੂ ਦੀ ਮਿਹਰ ਦੇ ਨਾਲ, ਕਿ ਵਾਹਿਗੁਰੂ ਜਹਾਜ਼ ਹੈ ਤੇ ਜਹਾਜ਼ ਨੂੰ ਚਲਾਉਣ ਵਾਲਾ ਵੀ ਕੋਈ ਚਾਹੀਦਾ ਹੈ। ਚਲਾਉਣ ਵਾਲਾ ਗੁਰੂ ਹੈ। ਇੱਥੇ ਮਗਰਲਾ ਸ਼ਬਦ ਜਿਹੜਾ ਗੁਰ ਪਾਰ ਉਤਾਰਨਹਾਰ ਕਿਹਾ ਹੈ, ਰਹਿਤਨਾਮਿਆਂ ਦੇ ਵਿੱਚ ਸ਼ਬਦ ਆਉਂਦਾ ਹੈ। ਸਤਿਗੁਰਾਂ ਦਾ ਇਹ ਬਚਨ ਹੈ ਕਿ ਗੁਰੂ ਇਹ ਜਹਾਜ਼ ਨੂੰ ਪਾਰ ਕਰਨ ਵਾਲੇ ਹਨ। ਜਿਵੇਂ ਭਗਤਾਂ ਦੇ ਬਾਰੇ ਕਿਹਾ ਹੈ, ਸਭ ਪਰਿਵਾਰ ਚੜ੍ਹਾਇਆ ਬੇੜੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ, ਜਾਂ ਤਿਸ ਭਾਵੇ ਤਾਂ ਹੁਕਮ ਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਉਹਦੇ ਅੱਗੇ ਬੇਨਤੀ ਕਰੀਏ ਸਤਿਗੁਰੂ ਰਹਿਮਤ ਬਖਸ਼ੇ। ਗੁਰੂ ਕੀ ਸਾਧ ਸੰਗਤ ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੋਇਆਂ ਇਸ ਮੂਰਖ ਪਾਪੀ ਕੁਕਰ ਜੀਵ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਅੱਗੇ ਤੋਂ ਸੋਝੀ ਬਖਸ਼ਣੀ ਔਗਣਾਂ ਨੂੰ ਨਾ ਚਤਾਰਨਾ। ਗੁਰੂ ਕੇ ਪਵਿੱਤਰ ਬਚਨ ਜਾਣ ਕੇ ਹਿਰਦੇ ਵਿੱਚ ਵਸਾਉਣੇ। ਸਤਿਗੁਰੂ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨਾ। ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਉਣ ਵਾਲਾ ਸਮਾਂ ਸਭ ਦਾ ਲਾਹੇਵੰਦ ਹੋਵੇ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਗੁਰੂ ਕੀ ਬਾਣੀ ਨਾਲ ਪ੍ਰੇਮ ਕਰਕੇ ਤਨ ਮਨ ਧਨ ਨਾਲ ਸੇਵਾ ਕੀਤੀ, ਸਤਿਗੁਰੂ ਸਰਬੱਤ ਦੀ ਭੇਟਾ ਮਨਜ਼ੂਰ ਕਰਨ, ਸੋ ਮਨੋਕਾਮਨਾ ਪੂਰਨ ਕਰਨਾ। ਆਪ ਦੇ ਚਰਨਾਂ ਨਾਲ ਜੋੜ ਕੇ ਗੁਰ ਸਿੱਖੀ ਜੀਵਨ ਬਖਸ਼ਣਾ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਹੁਣ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਪ੍ਰੰਤ ਗੁਰੂ ਕੀ ਸਾਧ ਸੰਗਤ ਗੁਰਮੁਖਾਂ ਪਿਆਰਿਆਂ ਵੱਲੋਂ ਜੋ ਗੁਰੂ ਕੇ ਲੰਗਰ ਵਿੱਚ ਜਲ ਪਾਣੀ ਦੀ ਤਿਆਰੀ ਹੋਈ ਹੈ, ਤੇ ਕੜਾਹ ਪ੍ਰਸ਼ਾਦੀ ਦੇਗ ਪ੍ਰਾਪਤ ਕਰਨ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚ ਪ੍ਰੇਮ ਨਾਲ ਜਾ ਕੇ ਹਾਜ਼ਰੀਆਂ ਲਵਾਉਣੀਆਂ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ